ਪ੍ਰੋਗਰਾਮ 'ਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਸ਼ਹਿਨਾਜ਼ ਔਰ ਅੱਜ ਅਸੀਂ ਗੱਲ ਕਰਾਂਗੇ ਔਰਤਾਂ ਖਿਲਾਫ ਜਿਹੜੇ ਅਪਰਾਧ ਹੁੰਦੇ ਨੇ ਉਹਨਾਂ ਦੇ ਬਾਰੇ। ਹੁਣ ਤੁਸੀਂ ਸੋਚੋਗੇ ਕਿ ਉਹਨਾਂ ਦੇ ਅਪਰਾਧਾਂ ਦੇ ਬਾਰੇ ਹੀ ਗੱਲ ਕਰਨ ਵਾਲੇ ਆ ਜਾਂ ਕੋਈ ਤਰੀਕਾ ਵੀ ਲੱਭਣ ਵਾਲੇ ਆ ਕਿ ਜੇ ਕੋਈ ਅਪਰਾਧ ਹੋਵੇ ਤਾਂ ਉਸ ਦਾ ਹੱਲ ਕੀ ਹੋਵੇ। ਇਸ ਲਈ ਅਸੀਂ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਐਡਵੋਕੇਟ ਰਿਤਿਨ ਵਤਰਾਨਾ ਨੂੰ, ਜੋ ਕਿ ਇੱਥੇ ਪੰਜਾਬ ਹਾਈ ਕੋਰਟਸ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਨੇ ਅਤੇ ਪਟਿਆਲਾ ਡਿਸਟ੍ਰਿਕਟ ਕੋਰਟਸ ਦੇ ਵਿੱਚ ਵੀ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸਟੂਡੀਓਜ਼ ਦੇ ਵਿੱਚ ਰਿਤਿਨ ਵਤਰਾਨਾ ਜੀ। ਥੈਂਕ ਯੂ ਸੋ ਮਚ ਜੀ। ਮੈਂ ਤੁਹਾਡਾ ਅਤੇ AIR ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਮੌਕਾ ਦਿੱਤਾ ਉਰੇ ਆ ਕੇ ਆਪਣੇ ਵਿਊਜ਼ ਦੇਣ ਦਾ। ਜੀ ਰਿਤਿਨ ਜੀ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਅਪਰਾਧ ਕਿਸ ਨੂੰ ਬੋਲਿਆ ਜਾਂਦਾ, ਕਿਉਂਕਿ ਇੱਕ ਛੋਟੀ ਜਿਹੀ ਗੱਲ ਕਿਸੇ ਨੂੰ ਲੱਗਦਾ ਹੈ ਕਿ ਇਹ ਤਾਂ ਬੜਾ ਵੱਡਾ ਅਪਰਾਧ ਹੋ ਗਿਆ, ਜਿਵੇਂ ਛੇੜਛਾੜ ਦੇ ਨੂੰ ਹੀ ਲਈਏ ਉਹ ਅਪਰਾਧ ਮੰਨਿਆ ਜਾਏਗਾ, ਪਰ ਕੋਈ ਉਹਨੂੰ ਇਗਨੋਰ ਵੀ ਕਰ ਦੇਗਾ। ਤਾਂ ਕਿਸ ਹਾਲਾਤ ਦੇ ਵਿੱਚ ਬੰਦਾ ਇੱਕ ਵਕੀਲ ਕੋਲ ਜਾਏ ਜਾਂ ਪੁਲਿਸ ਸਟੇਸ਼ਨ ਜਾਏ ਕਿ ਇਹ ਮੇਰੇ ਖਿਲਾਫ ਅਪਰਾਧ ਹੈ? ਕਿਉਂਕਿ ਸਾਡਾ ਜਿਹੜਾ ਪਿਛੋਕੜ ਹੈ ਨਾ, ਜੇ ਅਸੀਂ ਪੁਰਾਣੇ ਕਲਚਰ ਨੂੰ ਦੇਖੀਏ ਉਸ 'ਚ ਨੋਰਮਲ ਹੀ ਹੈ, ਡੋਮੈਸਟਿਕ ਵਾਇਲੈਂਸ ਵੀ ਨੋਰਮਲ ਹੀ ਹੈ। ਸੋ ਹੁਣ ਹਾਲਾਤ ਬਦਲ ਗਏ ਨੇ ਅਤੇ ਹੁਣ ਜਿਹੜਾ ਕਾਨੂੰਨ ਹੈ ਉਹਦਾ ਵੀ ਪੱਖ ਅਲੱਗ ਹੋ ਗਿਆ। ਪਹਿਲਾਂ ਤਾਂ ਜੀ ਅਪਰਾਧ ਜੋ ਹੈ ਉਹ ਮੋਰਲਸ ਦੇ ਨਾਲ ਨਾਲ ਚੱਲਦਾ ਹੈ। ਜੋ ਵੀ ਗੌਰਮੈਂਟ ਨੇ, ਲੈਜਿਸਲੇਚਰ ਨੇ ਕ੍ਰਾਈਮਸ ਡਿਫਾਈਨ ਕੀਤੇ ਹੈ ਉਹ ਮੋਰਲਸ ਦੇ ਬੇਸ 'ਤੇ ਚੱਲਦੇ ਆ। ਵੀ ਜਿਵੇਂ ਛੇੜਖਾਨੀ ਹੈ ਜਾਂ ਰੇਪ ਹੈ, ਮਰਡਰ ਹੈ, ਉਹ ਮੋਰਲੀ ਵੀ ਜੋ ਗਲਤ ਮੰਨਿਆ ਜਾਂਦਾ ਹੈ ਉਹਨੂੰ ਫਿਰ ਅੱਗੇ ਜਾ ਕੇ ਲੈਜਿਸਲੇਚਰ ਨੇ ਆਪਣੀ ਲੀਗਲ ਲੈਂਗੁਏਜ ਦੇ ਵਿੱਚ ਡਿਫਾਈਨ ਕਰਕੇ ਉਹਨੂੰ ਓਫੈਂਸਿਸ ਅਲੱਗ-ਅਲੱਗ ਪ੍ਰੋਵੀਜ਼ਨ ਦੇ ਵਿੱਚ ਬਣਾਏ ਹੈ। ਗੱਲ ਕਰੀਏ ਬੈਕਗਰਾਊਂਡ ਦੀ, ਹਾਂ ਬਿਲਕੁਲ ਠੀਕ ਗੱਲ ਹੈ ਕਿ ਪਹਿਲਾਂ ਡੋਮੈਸਟਿਕ ਵਾਇਲੈਂਸ ਦੇ ਇੰਸੀਡੈਂਟਸ ਪਹਿਲਾਂ ਵੀ ਹੁੰਦੇ ਸੀ, ਸ਼ਾਇਦ ਹੁਣ ਤੋਂ ਜ਼ਿਆਦਾ ਹੀ ਹੁੰਦੇ ਸੀ, ਬਟ ਪਹਿਲਾਂ ਕੰਪਲੇਂਟਸ ਨਹੀਂ ਸੀ ਹੁੰਦੀਆਂ। ਉਹਦੇ ਕਈ ਰੀਜ਼ਨ ਸੀਗੇ। ਨੰਬਰ 1 ਸੀ ਕਿ ਪਹਿਲਾਂ ਜੋ ਹੈ ਉਹ ਫੀਮੇਲਸ ਨੂੰ ਐਜੂਕੇਸ਼ਨ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਸੀ, ਜੋ ਕਿ ਉਹਨਾਂ ਨੂੰ ਨਾ ਨੌਲੇਜ ਹੁੰਦੀ ਸੀ ਅਤੇ ਨਾ ਹੀ ਉਹਨਾਂ ਨੂੰ ਐਕਸਪੋਜਰ ਹੁੰਦਾ ਸੀ, ਨਾ ਹੀ ਉਹਨਾਂ ਨੂੰ ਉਹ ਫਰੀਡਮ ਹੁੰਦੀ ਸੀ ਕਿ ਆਪਣੇ ਵਿਊਜ਼ ਐਕਸਪ੍ਰੈਸ ਕਰ ਸਕਣ। ਵਿਦ ਟਾਈਮ ਉਹਨਾਂ ਨੂੰ ਐਜੂਕੇਸ਼ਨ ਮਿਲੀ, ਉਹ ਬਾਹਰ ਨਿਕਲੇ ਘਰ ਤੋਂ, ਐਕਸਪੋਜਰ ਮਿਲਿਆ, ਦੇਖਿਆ ਕਿ ਦੇ ਆਲਸੋ ਹੈਵ ਰਾਈਟਸ, ਉਹਨਾਂ ਕੋਲ ਹੱਕ ਨੇ ਆਪਣੇ ਵਾਸਤੇ ਲੜਨ ਲਈ, ਆਪਣੇ ਅਗੇਂਸਟ ਹੋਏ ਮੋਰਲ ਜਾਂ ਇਮੋਰਲ ਜਾਂ ਕ੍ਰਾਈਮਸ ਜੋ ਵੀ ਉਹਨਾਂ ਦੇ ਅਗੇਂਸਟ ਹੁੰਦੇ ਆ ਉਹਨਾਂ ਵਾਸਤੇ ਲੜਨ ਲਈ ਉਹਨਾਂ ਕੋਲ ਰਾਈਟਸ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੰਪਲੇਂਟਸ ਕਰਨੀ ਸ਼ੁਰੂ ਕੀਤੀਆਂ। ਕੰਪਲੇਂਟਸ ਤੋਂ ਬਾਅਦ ਇਹ ਲੈਜਿਸਲੇਚਰ ਨੇ ਜਾਂ ਕੋਰਟਸ ਨੇ ਰੀਅਲਾਈਜ਼ ਕੀਤਾ ਕਿ ਕਿਤੇ ਨਾ ਕਿਤੇ ਜੋ ਉਹਨਾਂ ਦੀ ਗ੍ਰੀਵੈਂਸਿਸ ਨੇ ਉਹ ਲਾਅ ਕਵਰ ਨਹੀਂ ਕਰ ਪਾ ਰਿਹਾ। ਦੇਅਰਫੋਰ ਉਸ ਤੋਂ ਬਾਅਦ ਲਾਅਜ਼ ਬਣਾਏ ਗਏ ਉਹਨਾਂ ਦੀ ਉਹ ਗ੍ਰੀਵੈਂਸਿਸ ਕਵਰ ਕਰਨ ਲਈ। ਤਾਂ ਇੱਦਾਂ ਫਿਰ ਉਹ ਅੱਜ ਦੇ ਟਾਈਮ ਜੋ ਹੈ ਉਹ ਹੁਣ ਲਾਅਜ਼ ਕਾਫੀ ਬਣ ਗਏ ਹੈ ਜੋ ਕਿ ਵੂਮੈਨ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਬਣੇ ਹੋਏ ਹੈ। ਅਲੱਗ-ਅਲੱਗ ਤਰ੍ਹਾਂ ਦੇ ਓਫੈਂਸਿਸ ਹੈਗੇ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੇ ਐਕਟਸ ਹੈਗੇ ਹੈ ਜੋ ਕਿ ਉਹਨਾਂ ਨੂੰ ਕਵਰ ਕਰਦੇ ਹੈ। ਅਤੇ ਵਿਦ ਦੀ ਐਡਵੈਂਟ ਆਫ ਟਾਈਮ ਟੈਕਨੋਲੋਜੀ ਵੀ ਆ ਗਈ ਹੈ ਅਤੇ ਟੈਕਨੋਲੋਜੀ ਨਾਲ ਥੋੜ੍ਹੀ ਹੋਰ ਹੈਲਪ ਵੀ ਹੈ ਉਹਨਾਂ ਨੂੰ ਕਿ ਉਹ ਈਜ਼ੀਲੀ ਅਥੋਰਿਟੀਜ਼ ਨੂੰ ਅਪਰੋਚ ਕਰ ਸਕਣ, ਆਪਣੀ ਗ੍ਰੀਵੈਂਸਿਸ ਦੱਸ ਸਕਣ, ਤਾਂ ਕਿ ਉਹ ਜਾਂ ਤਾਂ ਉਹਨਾਂ ਦੇ ਅਗੇਂਸਟ ਜੋ ਕ੍ਰਾਈਮ ਹੈ ਉਹ ਰੁਕ ਸਕੇ ਜਾਂ ਜੇ ਹੋ ਗਿਆ ਹੈ ਤਾਂ ਉਹ ਕਲਪਰੇਟ ਨੂੰ ਸਜ਼ਾ ਮਿਲ ਸਕੇ। ਜੀ, ਜਸਟਿਸ ਜਿਹੜੀ ਹੈ ਉਹ ਹਰ ਹਾਲਤ 'ਚ ਮਿਲਣੀ ਚਾਹੀਦੀ ਹੈ। ਟੈਕਨੋਲੋਜੀ ਤੋਂ ਮਤਲਬ ਇਹ ਹੈ ਕਿ ਤੁਸੀਂ ਘਰੇ ਬੈਠ ਕੇ ਪੁਲਿਸ ਨੂੰ ਡਾਇਲ ਕਰ ਸਕਦੇ ਹੋ ਅਤੇ ਜਿਹੜੀ FIRs ਹੈ ਅਸੀਂ ਔਨਲਾਈਨ ਵੀ ਕਰ ਸਕਦੇ ਹੋ। ਕਿਆ ਇਸ ਦਾ ਮਤਲਬ ਇਹ ਹੈ? ਜੀ, FIR ਔਨਲਾਈਨ ਕੰਪਲੇਂਟਸ ਦੀ ਪ੍ਰੋਵੀਜ਼ਨ ਬਣਾਈ ਗਈ ਹੈ ਕਈ ਸਟੇਟਸ ਦੇ ਵਿੱਚ ਵੀ। ਹੁਣ ਰੀਸੈਂਟਲੀ ਪੰਜਾਬ ਦੇ ਵਿੱਚ ਵੀ ਗੌਰਮੈਂਟ ਨੇ ਔਨਲਾਈਨ ਕੰਪਲੇਂਟਸ ਦੀ ਪ੍ਰੋਵੀਜ਼ਨ ਬਣਾਈ ਹੈ। ਕਿਸੇ ਨੂੰ ਕੋਈ ਵੀ ਗ੍ਰੀਵੈਂਸ ਹੋਵੇ ਉਹਨੂੰ ਪੁਲਿਸ ਸਟੇਸ਼ਨ ਜਾਣ ਦੀ ਜ਼ਰੂਰਤ ਨਹੀਂ ਹੈ। ਔਨਲਾਈਨ ਗੌਰਮੈਂਟ ਦੀ ਵੈਬਸਾਈਟ ਖੋਲ੍ਹ ਕੇ ਉਹਦੇ 'ਤੇ ਆਪਣੀ ਡਿਟੇਲਸ ਫਿਲ ਕਰਕੇ ਕੰਪਲੇਂਟ ਕਰ ਸਕਦੇ ਹੈ। ਉਸ ਤੋਂ ਬਾਅਦ ਜੋ ਵੀ ਅਥੋਰਿਟੀ ਹੁੰਦੀ ਹੈ, ਜੋ ਵੀ ਪੁਲਿਸ ਸਟੇਸ਼ਨ ਨੂੰ ਉਹ ਕੰਪਲੇਂਟ ਮਾਰਕ ਹੁੰਦੀ ਹੈ, ਦੇ ਕਾਲ ਬੋਥ ਦ ਪਾਰਟੀਜ਼। ਉਹ ਕੰਪਲੇਨੈਂਟ ਨੂੰ ਅਪਰੋਚ ਕਰਦੇ ਆ, ਉਹਨਾਂ ਦੀ ਸਟੇਟਮੈਂਟ ਲੈਂਦੇ ਆ। ਉਹ ਵੀ ਔਨਲਾਈਨ ਹੋ ਸਕਦੀ ਹੈ। ਫਿਰ ਉਸ ਤੋਂ ਬਾਅਦ ਉਹ ਜੇ ਕੋਈ ਓਫੈਂਸ ਬਣਦਾ ਹੈ ਫਿਰ ਉਹ ਅਕਿਊਜ਼ ਨੂੰ ਅਪਰੋਚ ਕਰਦੇ ਆ, ਤੋ ਜੋ ਵੀ ਨੈਸੈਸਰੀ ਐਕਸ਼ਨ ਹੈ ਉਹ ਲੈਂਦੇ ਆ। ਜੀ ਰਿਤਨ ਜੀ, ਜਿਵੇਂ ਤੁਸੀਂ ਦੱਸਿਆ ਕਿ ਵਿਮਨ ਦੇ ਅਗੇਂਸਟ ਜਿਹੜੇ ਕ੍ਰਾਈਮ ਦੇ ਲਈ ਤੁਸੀਂ ਮਾਹਿਰ ਵੀ ਹੋਏ ਅਤੇ ਬਹੁਤ ਸਾਰੇ ਤੁਸੀਂ ਡਿਵੋਰਸ ਕੇਸਿਸ ਵੀ ਦੇਖਦੇ ਹੋ। ਆਮ ਤੌਰ 'ਤੇ ਜੇ ਅਸੀਂ ਕਿਸੇ ਨਾਲ ਗੱਲ ਕਰੀਏ ਨਾ ਤਾਂ ਉਹ ਇਹ ਕਹਿੰਦੇ ਆ ਕਿ ਬੜਾ ਜ਼ਿਆਦਾ ਹੱਲਾਬੂ ਮਚਾਇਆ ਜਾਂਦਾ। ਬਹੁਤ ਵਾਰੀ ਹੁੰਦਾ ਹੈ ਕਿ ਕੁੜੀਆਂ ਹੀ ਖਰਾਬ ਕਰ ਰਹੀਆਂ ਹੁੰਦੀਆਂ, ਉਹ ਹੀ ਕਲਪਰੇਟ ਹੁੰਦੀਆਂ, ਜਦ ਕਿ ਅਸੀਂ ਸੋਚਦੇ ਹਾਂ ਕਿ ਜਿਹੜੀਆਂ ਲੜਕੀਆਂ ਨੇ ਜਾਂ ਮਹਿਲਾਵਾਂ ਨੇ ਜੋ ਸਫਰ ਕਰ ਰਹੀਆਂ ਨੇ ਉਹ ਬੋਲਦੀਆਂ। ਧੜੇ ਦੋਨੋਂ ਤਰ੍ਹਾਂ ਦੇ ਹੁੰਦੇ ਆ, ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਕਿ ਵਿਕਟਿਮ ਵੀ ਹੁੰਦੇ ਨੇ ਅਤੇ ਵਿਕਟਮਾਈਜ਼ ਵੀ ਕਰਦੇ ਨੇ।
ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਹਾਡੇ ਕੋਲ ਬਹੁਤ ਬੜਾ ਐਕਸਪੀਰੀਅੰਸ ਹੈ ਇਸ ਫੀਲਡ ਦਾ, ਤਾਂ ਅਸੀਂ ਪੁੱਛ ਰਹੇ ਹਾਂ। ਦੇਖੋ ਇਹ ਅਗੇਨ ਇਹ ਥੋੜ੍ਹਾ ਜਿਹਾ ਇਹਦਾ ਬੈਕਗਰਾਊਂਡ ਮੈਂ ਦੱਸਣਾ ਚਾਹੂੰਗਾ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਜੋ ਵਿਮਨ ਹੈ ਉਹ ਅਵੇਅਰ ਨਹੀਂ ਸੀ ਆਪਣੇ ਰਾਈਟਸ ਬਾਰੇ। ਹੁਣ ਅਵੇਅਰ ਹੋਏ ਹੈ, ਐਜੂਕੇਸ਼ਨ ਮਿਲੀ ਹੈ, ਦੇ ਆਲਸੋ ਸੀਕ ਇਕੁਅਲ ਰਾਈਟਸ ਲਾਈਕ ਮੈਨ ਡੂ। ਅਤੇ ਇਸੇ ਕਰਕੇ ਕਿਉਂਕਿ ਆਪਣੀ ਸੁਸਾਇਟੀ ਹਾਲੇ ਵੀ ਡਿਸਪਾਈਟ ਆਲ ਦੀ ਚੇਂਜਿਸ, ਜਿੰਨਾ ਵੀ ਆਪਾਂ ਮਾਡਰਨਾਈਜੇਸ਼ਨ ਕਹਿ ਸਕਦੇ ਹਾਂ, ਜੋ ਹਾਰਡ ਫੈਕਟ ਹੈ ਉਹ ਇਹੀ ਹੈ ਕਿ ਹਾਲੇ ਵੀ ਆਪਣਾ ਮਾਈਂਡ ਸੈੱਟ ਨਹੀਂ ਚੇਂਜ ਹੋਇਆ ਹੈ। ਹਾਲੇ ਵੀ ਕੋਈ ਵਿਆਹ ਹੁੰਦਾ ਹੈ ਅਤੇ ਲੈਣ ਦੇਣ ਦੀ ਗੱਲ ਹੁੰਦੀ ਹੈ, ਗਿਫਟਸ ਹੁੰਦੇ ਹੈ, ਡੋਰੀ ਵੀ ਹੁੰਦੀ ਹੈ। ਹਾਲੇ ਵੀ ਉਹ ਮਾਈਂਡ ਸੈੱਟ ਨਹੀਂ ਬਦਲਿਆ ਹੈ। ਚਾਹੇ ਬੱਚੇ ਪੜ੍ਹ ਜਾਂਦੇ ਹੈ, ਕਾਫੀ ਹਾਇਰ ਐਜੂਕੇਸ਼ਨ ਲੈ ਜਾਂਦੇ ਹੈ, ਬਾਹਰੋਂ ਵੀ ਪੜ੍ਹ ਜਾਂਦੇ ਆ, ਸਭ ਕੁਛ ਕਰ ਜਾਂਦੇ, ਸਾਰੇ ਕਲਚਰ ਦੇਖ ਜਾਂਦੇ ਆ, ਬਟ ਵੈਨ ਦੇ ਕਮ ਬੈਕ ਹੀਅਰ ਉਹ ਫੇਰ ਦੁਬਾਰਾ ਉਹੀ ਐਕਸਪੈਕਟ ਕਰਦੇ ਆ ਵੀ ਜੇ ਸਾਡਾ ਵਿਆਹ ਹੋਏਗਾ ਤਾਂ ਇੱਦਾਂ ਹੋਏਗਾ, ਬੜੀ ਧੂਮਧਾਮ ਨਾਲ ਹੋਏਗਾ, ਵਿਆਹ 'ਚ ਇਹ ਮਿਲੇਗਾ, ਉਹ ਮਿਲੇਗਾ। ਹਾਲੇ ਵੀ ਲੜਕੀਆਂ ਦੇ ਪੇਰੈਂਟਸ ਦੇ ਉੱਤੇ ਇੱਕ ਸਾਰੀ ਉਮਰ ਇੱਕ ਬਰਡਨ ਰਹਿੰਦਾ ਹੈ ਕਿ ਵੀ ਲੜਕੀ ਦਾ ਵਿਆਹ ਕਰਨਾ ਹੈ ਅਤੇ ਵੀ ਹੈਵ ਟੂ ਅਰੇਂਜ ਫॉर ਥਿੰਗਸ। ਤਾਂ ਉਹ ਜਦ ਤੱਕ ਮਾਈਂਡ ਸੈੱਟ ਨਹੀਂ ਚੇਂਜ ਹੋਏਗਾ, ਆਈ ਡੋਂਟ ਸੀ ਐਨੀ ਚੇਂਜ। ਅਤੇ ਹਾਲੇ ਵੀ ਆਪਾਂ ਦੇਖਾਂਗੇ ਕਿ ਡਿਸਪਾਈਟ ਹੈਵਿੰਗ ਸੋ ਮੈਨੀ ਐਕਟਸ, ਸੋ ਮੈਨੀ ਪ੍ਰੋਵੀਜ਼ਨਸ, ਜੋ ਨੰਬਰ ਆਫ ਡਿਵੋਰਸ ਕੇਸਿਸ ਹੈ ਉਹ ਦਿਨ ਬ ਦਿਨ ਵੱਧ ਰਹੇ ਹੈ। ਉਹਦੇ ਪਿੱਛੇ ਆਹੀ ਚੀਜ਼ ਹੈ ਕਿ ਸਾਨੂੰ ਇਹ ਇਸ ਤਰ੍ਹਾਂ ਚੱਲਣਾ ਚਾਹੀਦਾ ਕਿ ਸਾਨੂੰ ਟਾਈਮ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਣਾ ਪਏਗਾ। ਟਾਈਮ ਦੇ ਨਾਲ ਨਾਲ ਇਸ ਚੀਜ਼ ਨੂੰ ਘਟਾਉਣਾ ਪਏਗਾ ਕਿ ਅਸੀਂ ਉਹ ਜੋ ਪੁਰਾਣਾ ਰਿਚੁਅਲਸ ਚੱਲਦੇ ਆ ਰਹੇ ਹੈ, ਗਿਵ ਐਂਡ ਟੇਕ ਜਿਹਨੂੰ ਆਪਾਂ ਕਹਿ ਸਕੀਏ, ਉਹਨੂੰ ਥੋੜ੍ਹਾ ਰੋਕਣਾ ਪਏਗਾ। ਜਦ ਤੱਕ ਉਹ ਨਹੀਂ ਰੁਕੇਗਾ ਉਦੋਂ ਤੱਕ ਆਈ ਡੋਂਟ ਸੀ ਐਨੀ ਪ੍ਰੋਗਰੈਸ। ਜੀ, ਤੁਹਾਨੂੰ ਲੱਗਦਾ ਹੈਗਾ ਰਤਨ ਮਤਰਾਨਾ ਜੀ ਕਿ ਮੈਨੂੰ ਬੁਲਾਇਆ ਤਾਂ ਐਡਵੋਕੇਟ ਦੇ ਤੌਰ 'ਤੇ ਹੈ ਅਤੇ ਮਾਈਂਡ ਕੋਚਿੰਗ ਦੀਆਂ ਗੱਲਾਂ ਕਰ ਰਹੇ ਹਾਂ, ਜਦ ਕਿ ਤੁਸੀਂ ਸਾਨੂੰ ਆ ਕੇ ਦੱਸਿਆ ਸੀ ਕਿ ਤੁਸੀਂ ਇੰਨੇ ਸਾਰੇ ਕੇਸਿਸ ਹੈਂਡਲ ਕਰਦੇ ਹੋ ਅਤੇ ਇੰਨਾ ਜ਼ਿਆਦਾ ਸਾਈਕੋਲੋਜੀਕਲ ਪ੍ਰੈਸ਼ਰ ਹੁੰਦਾ ਕਿ ਤੁਸੀਂ ਆਪ ਵੀ ਇੱਕ ਮਾਈਂਡ ਕੋਚ ਦੀ ਤਰ੍ਹਾਂ ਕੰਮ ਵੀ ਕਰਦੇ ਹੋ ਔਰ ਸਮਝਾਉਂਦੇ ਵੀ ਹੋ। ਇਹ ਜਿਹੜੀ ਸਮਝਾਉਣ ਵਾਲੀ ਗੱਲ ਹੈ, ਇਹ ਸਾਡੀ ਸੁਸਾਇਟੀ ਥੋੜ੍ਹੀ ਥੋੜ੍ਹੀ ਭੁੱਲਦੀ ਜਾ ਰਹੀ ਹੈ। ਹਰ ਜਣੇ ਨੂੰ ਲੱਗਦਾ, ਪਹਿਲਾਂ ਹੁੰਦਾ ਸੀ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਹੈ ਕਿ ਜਿਹੜੀ ਸੁਸਾਇਟੀ ਦੀ ਸ਼ੁਰੂਆਤ ਸੀ ਉਸ 'ਚ ਵਿਮਨ ਆਰ ਨਾਟ ਐਜੂਕੇਟਿਡ, ਜਾਣ ਬੁੱਝ ਕੇ ਪਿੱਛੇ ਰੱਖਿਆ ਜਾਂਦਾ ਸੀ ਕਿ ਉਹ ਫਸਟ ਸਟੈਪ ਤੱਕ ਆਉਣ ਲਈ ਉਹਨੂੰ ਇੰਨਾ ਟਾਈਮ ਲੱਗ ਜਾਏ, ਤਦ ਤੱਕ ਜ਼ਿੰਦਗੀ ਗੁਜ਼ਰ ਜਾਏ। ਹੁਣ ਉਹ ਸਾਰੇ ਸਟੈਪਸ ਕਰ ਚੁੱਕੀ ਹੈ, ਇੰਡੀਪੈਂਡੈਂਟ ਹੈ। ਉਹ ਕਈ ਵਾਰੀ ਹੁੰਦਾ ਕਿ ਮੁੰਡੇ ਨਾਲੋਂ ਵੱਧ ਹੀ ਕਮਾ ਰਹੀ ਹੁੰਦੀ ਹੈ, ਇਕੁਅਲੈਂਟ ਤਾਂ ਹੁੰਦਾ ਹੀ ਹੁੰਦਾ। ਤਾਂ ਉਸ ਨੂੰ ਉਮੀਦ ਹੁੰਦੀ ਹੈ ਕਿ ਜੇ ਮੈਂ ਆਪ ਮਾਪਿਆਂ ਦੇ ਘਰ ਨਹੀਂ ਕੰਮ ਕੀਤਾ ਤਾਂ ਮੈਂ ਫਿਰ ਆਪਣੇ ਸਹੁਰਿਆਂ ਘਰ ਜਾ ਕੇ ਉਹਨਾਂ ਦੀ ਕੋਈ ਨੌਕਰ ਥੋੜ੍ਹੀ ਹੈ। ਅਤੇ ਸਹੁਰਿਆਂ ਨੇ ਉਵੇਂ ਸੋਚਿਆ ਹੁੰਦਾ ਕਿ ਜੇ ਆਏਗੀ ਤਾਂ ਕਿਉਂਕਿ ਆ ਰਹੀ ਹੈ ਤਾਂ ਕੁਛ ਪ੍ਰੋਵਾਈਡ ਵੀ ਕਰੇਗੀ, ਕੁਛ ਸ਼ੇਅਰ ਵੀ ਦੇਗੀ ਸਾਨੂੰ ਆਪਣੀ ਤਨਖਾਹ 'ਚੋਂ, ਅਤੇ ਕੰਮ ਵੀ ਕਰੇਗੀ। ਸੱਸ ਨੂੰ ਵੀ ਹੁੰਦਾ ਮੈਨੂੰ ਵੀ ਥੋੜ੍ਹਾ ਜਿਹਾ ਸਾਹ ਮਿਲੇਗਾ। ਉਹਨਾਂ ਦੀਆਂ ਜਿਹੜੀ ਸੋਚ ਹੈ, ਚਾਹੇ ਪੁਰਾਤਨ ਕਹਿ ਲਓ, ਪਰ ਇੱਕ ਸੁਸਾਇਟੀ ਨੂੰ ਬੰਨਿਆ ਵੀ ਹੋਇਆ ਉਹਨਾਂ ਦੀ ਇਸੇ ਸੋਚ ਨੇ। ਤਾਂ ਇਹੀ ਸਭ ਕੁਛ ਜਿਹੜਾ ਹੈ ਇਸ਼ੂ ਬਣਦਾ ਹੈਗਾ ਅੱਜ ਕੱਲ੍ਹ ਡਿਵੋਰਸਿਸ ਦਾ, ਅਤੇ ਬਹੁਤ ਅੱਗੇ ਤੱਕ ਵੱਧ ਜਾਂਦਾ। ਅੱਜ ਕੱਲ੍ਹ ਅਸੀਂ ਇੱਦਾਂ ਦੇ ਵੀਡੀਓਜ਼ ਵੀ ਦੇਖਦੇ ਹਾਂ ਜਿਸ 'ਚ ਮਾਰ ਕੁੱਟ ਹੋ ਰਹੀ ਹੈ। ਵੈਸੇ ਤਾਂ ਪਹਿਲਾਂ ਵੀ ਹੋ ਰਹੀ ਸੀ, ਹੁਣ ਜਿਹੜਾ ਵੀਡੀਓਜ਼ 'ਤੇ ਆਉਣ ਲੱਗ ਗਈ ਹੈ, ਦਿਖਣ ਲੱਗ ਗਈ ਹੈ। ਉਦੋਂ ਔਰਤਾਂ ਨੂੰ ਆਪਣੇ ਰਾਈਟਸ ਬਾਰੇ ਨਹੀਂ ਪਤਾ ਹੁੰਦਾ। ਉਹਨੂੰ ਇਹੀ ਨਹੀਂ ਪਤਾ ਕਿ ਜਿਹੜੀ ਇਹ ਮਾਰਕੁੱਟ ਹੋ ਰਹੀ ਹੈ ਫਰੋਮ ਦਾ ਡੇ 1, ਅਸੀਂ ਸਿਖਾਇਆ ਨਹੀਂ ਜਾਂਦਾ ਔਰਤਾਂ ਨੂੰ ਕਿ ਤੁਸੀਂ ਤਗੜੀਆਂ ਹੋ। ਜੇ ਤੁਸੀਂ ਬੱਚਾ ਪੈਦਾ ਕਰਨ ਲਈ ਇੰਨੀ ਤਾਕਤ ਲਾ ਸਕਦੀਆਂ ਹੋ ਤਾਂ ਤੁਸੀਂ ਬਾਕੀ ਕੁਝ ਵੀ ਕਰ ਸਕਦੀਆਂ ਹੋ। ਇਹ ਉਹਨਾਂ ਨੂੰ ਕਦੀ ਵੀ ਨਹੀਂ ਸਿਖਾਇਆ ਜਾਏਗਾ ਵੀ ਨਹੀਂ, ਜਾਂਦਾ ਨਹੀਂ, ਜਗਾਏਗਾ ਵੀ ਨਹੀਂ। ਪਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਜੇ ਤੁਹਾਨੂੰ ਕੋਈ ਕੁੱਟੇ ਤਾਂ ਤੁਸੀਂ ਥੱਪੜ ਵਾਪਸ ਮਾਰ ਦਿਓ। ਪਰ ਜੇ ਇਹੀ ਤੁਹਾਡੇ ਸਹੁਰੇ ਪਰਿਵਾਰ 'ਚੋਂ ਕੋਈ ਹੋਵੇ ਤਾਂ ਤੁਸੀਂ ਵਾਪਸ ਨਹੀਂ ਹਿੱਟ ਕਰ ਸਕਦੇ। ਦੋ ਗੱਲਾਂ ਹੋ ਗਈਆਂ, ਉੱਥੇ ਉਹਨੂੰ ਆਪਣੇ ਰਾਈਟਸ ਹੀ ਨਹੀਂ ਪਤਾ। ਤਾਂ ਉਸ ਵੇਲੇ ਉਹ ਕੀ ਕਰੇ ਜਦੋਂ ਇਹੋ ਜਿਹੀ ਘਰ 'ਚ ਸਥਿਤੀ ਹੈ? ਦੇਖੋ ਇਹਦੇ ਵਾਸਤੇ ਜੋ ਮੇਰੀ ਓਪੀਨੀਅਨ ਹੈ ਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਕਿ ਜਦੋਂ ਇਮੀਡੀਏਟਲੀ ਇਨ-ਲॉज ਨਾਲ ਲੜਾਈ ਹੋਈ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਲੜਕੀ ਵਾਸਤੇ ਵੀ ਅਤੇ ਇਨ-ਲॉज ਵਾਸਤੇ ਵੀ। ਇਹਦਾ ਜਿਹੜਾ ਬੇਸ ਹੈ ਉਹ ਬਹੁਤ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਫॉर ਬੋਥ ਬॉयਜ਼ ਐਂਡ ਫॉर ਗਰਲਸ। ਇਹ ਸਕੂਲਸ ਦੀ ਡਿਊਟੀ ਬਣਦੀ ਹੈ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਵੂਮਨ ਹੈ ਉਹ ਆਪਣੀ ਲਾਈਫ 'ਚ ਕਿੰਨੀ ਸਟਰਗਲ ਕਰਕੇ ਆਪਣੀ ਫੈਮਿਲੀ ਨੂੰ ਅਕੋਮੋਡੇਟ ਕਰਦੀ ਹੈ, ਫੈਮਿਲੀ ਦਾ ਧਿਆਨ ਰੱਖਦੀ ਹੈ। ਉਹ ਆਫਿਸ ਵੀ ਜਾ ਰਹੀ ਹੈ, ਜਿਵੇਂ ਤੁਸੀਂ ਦੱਸਿਆ, ਉਹ ਘਰ ਦਾ ਕੰਮ ਵੀ ਕਰ ਰਹੀ ਹੈ, ਉਹ ਬੱਚੇ ਵੀ ਸੰਭਾਲ ਰਹੀ ਹੈ, ਜੇ ਇਨ-ਲॉज ਹੈ ਤਾਂ ਉਹਨਾਂ ਦਾ ਵੀ ਧਿਆਨ ਰੱਖ ਰਹੀ ਹੈ, ਬਹੁਤ ਸਾਰੀ ਡਿਊਟੀ, ਸੋਸ਼ਲ ਡਿਊਟੀਜ਼ ਵੀ ਕਰ ਰਹੀ ਹੈ। ਤਾਂ ਇਹ ਜਿਹੜੀ ਡਿਊਟੀ ਬਣਦੀ ਹੈ ਇਹ ਬੱਚਿਆਂ ਦੇ ਪੇਰੈਂਟਸ ਦੀ ਪਲੱਸ ਸਕੂਲ ਦੀ ਡਿਊਟੀ ਬਣਦੀ ਹੈ ਕਿ ਜਦੋਂ ਬੱਚੇ ਛੋਟੇ ਹੈ
ਉਦੋਂ ਚਾਹੇ ਲੜਕਾ ਹੈ ਚਾਹੇ ਲੜਕੀ ਹੈ, ਉਹਨਾਂ ਨੂੰ ਆਪਣੇ ਆਪਣੇ ਪੇਰੈਂਟਸ ਦਾ ਜਾਂ ਜੋ ਲੋਕ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਹੈ, ਜਿਨ੍ਹਾਂ 'ਚ ਪੇਰੈਂਟਸ ਹੈ ਜਾਂ ਦੋਸਤ ਹੈ, ਸਪੈਸ਼ਲੀ ਮਦਰਸ, ਉਹਨਾਂ ਦਾ ਲਾਈਫ 'ਚ ਕਿੰਨਾ ਇੰਪੋਰਟੈਂਟ ਰੋਲ ਹੈ, ਉਹਨਾਂ ਨੂੰ ਉਦੋਂ ਹੀ ਸਮਝਾਇਆ ਜਾਵੇ ਕਿ ਦੇਖੋ ਇਹ ਤੁਹਾਡੀ ਮਦਰ ਹੈ, ਤੁਹਾਡੇ ਵਾਸਤੇ ਕੀ ਕਰਦੀ ਹੈ, ਇਹ ਕੰਮ ਵੀ ਕਰ ਰਹੀ ਹੈ, ਚਾਹੇ ਹੁਣ ਅੱਜ ਦੇ ਜ਼ਮਾਨੇ 'ਚ ਕਰ ਰਹੀ ਹੈ, ਪੁਰਾਣੇ ਜ਼ਮਾਨੇ 'ਚ ਨਹੀਂ ਵੀ ਕਰਦੀ ਸੀ, ਤਾਂ ਉਹ ਕਿਹੜੀ ਹਾਰਡਸ਼ਿਪਸ 'ਚੋਂ ਨਿਕਲ ਕੇ ਤੁਹਾਨੂੰ ਉਹ ਸਾਰੀ ਲਾਈਫ ਦੀ ਅਮੈਨਿਟੀਜ਼ ਪ੍ਰੋਵਾਈਡ ਕਰਦੇ ਆ, ਕਿਵੇਂ ਆਪਣੀ ਜੋ ਫਰੀਡਮ ਨੂੰ ਖ਼ਤਮ ਕਰਕੇ ਤੁਹਾਨੂੰ ਫਰੀਡਮ ਦੇਣ ਦੀ ਕੋਸ਼ਿਸ਼, ਉਹ ਰੋਲ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ ਹੀ, ਕਿ ਇਹ ਦੇਖੋ ਇਸ ਤਰ੍ਹਾਂ ਤੁਹਾਡੀ ਮਦਰ ਦਾ ਰੋਲ ਹੈ, ਤੁਹਾਡੀ ਸਿਸਟਰ ਦਾ ਰੋਲ ਹੈ, ਤੁਹਾਡੇ ਫਰੈਂਡਸ ਦਾ ਰੋਲ ਹੈ। ਦੇ ਨੀਡ ਟੂ ਬੀ ਟੌਟ ਟੂ ਰਿਸਪੈਕਟ ਦੀ ਪੀਪਲ, ਦੇ ਰਿਸਪੈਕਟ ਦੀ ਵਿਮਨ ਅਰਾਊਂਡ ਦੈਮ। ਜਦ ਤੱਕ ਉਹ ਬੇਸਿਕਸ ਨਹੀਂ ਆਉਣਗੇ, ਜਦ ਤੱਕ ਉਹ ਮੋਰਲ ਵੈਲਿਊਜ਼ ਨਹੀਂ ਆਉਣਗੀਆਂ, ਇਹ ਇਨਸੀਡੈਂਟਸ ਹੁੰਦੇ ਰਹਿਣਗੇ। ਇਟ ਇਜ਼ ਫॉर ਬੋਥ ਮੇਲਸ ਐਂਡ ਫੀਮੇਲਸ। ਜਿਵੇਂ ਕਈ ਕੇਸਿਸ 'ਚ ਆਪਾਂ ਦੇਖਦੇ ਹਾਂ, ਜੇ ਸੱਸ ਨੂੰਹ ਦਾ ਝਗੜਾ ਹੈ ਤਾਂ ਕਈ ਜਗ੍ਹਾ ਸੱਸ ਗਲਤ ਹੈ, ਕਈ ਜਗ੍ਹਾ ਨੂੰਹ ਵੀ ਗਲਤ ਹੈ। ਹੁਣ ਉਹੀ ਚੀਜ਼ ਜੇ ਨੂੰਹ ਨੇ ਵੀ ਪਹਿਲਾਂ ਸਿੱਖੀ ਹੋਏਗੀ ਕਿ ਹਾਊ ਟੂ ਸ਼ੀ ਮਸਟ ਰਿਸਪੈਕਟ ਦ ਪੀਪਲ ਅਰਾਊਂਡ ਦੈਮ, ਤਾਂ ਉਹ ਉਸ ਸਿਚੁਏਸ਼ਨ ਨੂੰ ਪ੍ਰੋਪਰਲੀ ਹੈਂਡਲ ਕਰ ਸਕੇਗੀ। ਕੁਝ ਸਿਚੁਏਸ਼ਨਸ ਹੁੰਦੀਆਂ ਉਹ ਪੇਸ਼ੈਂਸ ਨਾਲ ਹੈਂਡਲ ਕਰਨੀਆਂ ਪੈਂਦੀਆਂ, ਹਰ ਜਗ੍ਹਾ ਅਗਰੈਸ਼ਨ ਰੱਖਣਾ ਵੀ ਠੀਕ ਨਹੀਂ ਹੈ। ਤਾਂ ਉਹ ਜਿਹੜਾ ਉਹਦਾ ਬੇਸਿਕ ਹੈ ਉਹ ਬਹੁਤ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ, ਸਕੂਲਿੰਗ ਤੋਂ ਹੀ। ਉਸ ਤੋਂ ਬਾਅਦ ਜਿਹੜੇ ਇਨਸੀਡੈਂਟਸ ਆ ਰਹੇ ਹੈ ਲੜਾਈ ਝਗੜੇ ਦੇ, ਅਤੇ ਸਪੈਸ਼ਲੀ ਇੰਡੀਆ ਤਾਂ ਹੁਣ ਵੈਸੇ ਵੀ ਕੰਡੀਸ਼ਨ ਕਾਫੀ ਸੈਂਸਿਟਿਵ ਚੱਲ ਰਹੀ ਹੈ ਰਿਗਾਰਡਿੰਗ ਵੂਮਨ ਸੇਫਟੀ, ਤਾਂ ਮੇਰੇ ਅਕੋਰਡਿੰਗ ਇਟ ਸ਼ੁੱਡ ਬੀ ਇੱਕ ਕੰਪਲਸ਼ਨ ਕਿ ਹਰ ਸਕੂਲ ਦੇ ਵਿੱਚ, ਚਾਹੇ ਉਹ ਗੌਰਮੈਂਟ ਸਕੂਲ ਹੈ ਚਾਹੇ ਉਹ ਪ੍ਰਾਈਵੇਟ ਸਕੂਲ ਹੈ, ਫੀਮੇਲਸ ਨੂੰ ਸੈਲਫ ਡਿਫੈਂਸ ਟ੍ਰੇਨਿੰਗ ਪ੍ਰੋਵਾਈਡ ਕਰਨੀ ਬਹੁਤ ਜ਼ਰੂਰੀ ਹੈ, ਸੋ ਦੈਟ ਉਹ ਸੈਲਫ ਡਿਪੈਂਡੈਂਟ ਹੋ ਸਕਣ। ਹਰ ਜਗ੍ਹਾ ਹਰ ਟਾਈਮ ਉਹ ਕਿਸੇ ਦੇ ਨਾਲ ਨਹੀਂ ਜਾ ਸਕਦੇ। ਕਈ ਜਗ੍ਹਾ ਹੁਣ ਜੇ ਵਰਕਿੰਗ ਵੂਮਨ ਹੈ, ਇਕੱਲੇ ਵੀ ਟਰੈਵਲ ਕਰਨਾ ਪੈਂਦਾ ਹੈ। ਸ਼ੀ ਮਸਟ ਬੀ ਏਬਲ ਟੂ ਹੈਂਡਲ ਹਰ ਸੈਲਫ, ਸ਼ੀ ਮਸਟ ਬੀ ਏਬਲ ਟੂ ਪ੍ਰੋਟੈਕਟ ਹਰ ਸੈਲਫ। ਕਿਸੇ 'ਤੇ ਡਿਪੈਂਡ ਹੋਣ ਦਾ ਟਾਈਮ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਉਹ ਟ੍ਰੇਨਿੰਗ ਸ਼ੁਰੂ ਤੋਂ ਹੀ ਉਹ ਬੇਸਿਕਸ ਹੋਣੇ ਜ਼ਰੂਰੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਜੇ ਇੱਦਾਂ ਦੀ ਗੱਲ ਹੋਏ ਕਿ ਲੜਾਈ ਹੋ ਜਾਏ ਤਾਂ ਕੀ ਕਰੀਏ, ਉਹ ਡਿਸੀਜਨ ਉਸ ਫੀਮੇਲ ਦਾ ਹੀ ਹੈ, ਹਾਊ ਸ਼ੀ ਵਾਂਟਸ ਟੂ ਹੈਂਡਲ ਦੀ ਸਿਚੁਏਸ਼ਨ। ਕਿ ਉਹ ਲੜਾਈ ਇੰਨੀ ਜ਼ਿਆਦਾ ਹੈ ਕਿ ਉਹ ਚੀਜ਼ਾਂ ਵਾਪਸ ਨਹੀਂ ਹੋ ਸਕਦੀਆਂ, ਜਾਂ ਇੰਨੀ ਕੁ ਹੈ ਕਿ ਉਹਨੂੰ ਐਮੀਕੇਬਲੀ ਪਿਆਰ ਨਾਲ ਸੁਲਝਾਇਆ ਜਾ ਸਕੇ, ਉਹ ਡਿਸੀਜਨ ਉਹਦਾ ਖੁਦ ਦਾ ਹੈ। ਬਾਕੀ ਉਹਦੇ ਰਾਈਟਸ ਕੀ ਅਵੇਲੇਬਲ ਹੈ, ਅੱਜ ਕੱਲ੍ਹ ਮੋਬਾਈਲ ਫੋਨ ਸਭ ਕੋਲ ਹੈ, ਗੂਗਲ 'ਤੇ ਤੁਸੀਂ ਜੇ ਸਰਚ ਵੀ ਕਰੋਗੇ ਕੀ ਰਾਈਟਸ ਹੈ, ਉਹ ਸਾਰਾ ਆ ਜਾਏਗਾ ਵੀ ਇਹ ਰਾਈਟਸ ਉਹਨਾਂ ਕੋਲ ਹੈਗੇ ਹੈ। ਅਤੇ ਅਦਰਵਾਈਜ਼ ਇਹ ਇਟ ਅਗੇਨ ਗੋਜ਼ ਟੂ ਮਾਈਂਡ ਸੈਟ ਕਿ ਉਸ ਫੀਮੇਲ ਨੇ ਪਰਟੀਕੂਲਰ ਟਾਈਮ 'ਤੇ ਕੀ ਡਿਸੀਜਨ ਲੈਣਾ ਹੈ, ਤਾਂ ਹੀ ਉਹ ਸਿਚੁਏਸ਼ਨ ਦਾ ਸੋਲਿਊਸ਼ਨ ਹੋਏਗਾ। ਜੀ, ਹੁਣ ਅਸੀਂ ਥੋੜ੍ਹਾ ਜਿਹਾ ਲਾਅ ਵੱਲ ਵੀ ਆਉਂਦੇ ਹਾਂ, ਕਿਉਂਕਿ ਅਸੀਂ ਮਾਈਂਡ ਕੋਚਿੰਗ ਜਿਹੜੀ ਹੈ ਥੋੜ੍ਹੀ ਜਿਹੀ ਤਿਆਰੀ ਕਰ ਲਈ ਅਸੀਂ, ਤਾਂ ਇਹੀ ਜਿਹੜੀ ਸਿਚੁਏਸ਼ਨ ਹੈ ਡੋਮੈਸਟਿਕ ਵਾਇਲੈਂਸ ਦੀ ਹੋਈ ਅਸੀਂ ਅੱਜ ਲੈਂਦੇ ਹਾਂ, ਇਹਦੇ ਵਿੱਚ ਕਿਹੜੇ ਲਾਜ਼ ਅਵੇਲੇਬਲ ਨੇ, ਕਦੋਂ ਅਪਰੋਚ ਕੀਤਾ ਜਾਵੇ, ਕਿਵੇਂ ਅਪਰੋਚ ਕੀਤਾ ਜਾਵੇ। ਕਿਉਂਕਿ ਬਹੁਤ ਸਾਰੇ ਲੋਕ ਹਲੇ ਵੀ ਹੈ, ਬਹੁਤ ਸਾਰੀਆਂ ਔਰਤਾਂ ਹਲੇ ਵੀ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਔਰ ਛੇਤੀ ਦੇ ਕੇ ਉਹ ਲਾਅ ਕੋਲ ਵੀ ਨਹੀਂ ਜਾਣਾ ਚਾਹੁੰਦੀਆਂ। ਉਹਨਾਂ ਨੂੰ ਹੁੰਦਾ ਕਿ ਐਵੇਂ ਆਪਣਾ ਝੱਗਾ ਚੱਕਾਂਗੇ, ਆਪਣਾ ਹੀ ਢਿੱਡ ਨੰਗਾ ਹੋਏਗਾ, ਇਹੋ ਜਿਹੀ ਗੱਲਾਂ ਦੇ ਹਿਸਾਬ ਨਾਲ, ਕਿਉਂਕਿ ਸੋਸਾਇਟੀ ਦਾ ਕਿਸੇ ਨਾਲ ਖੜਦੀ ਨਹੀਂ, ਕੋਈ ਵੀ ਬੁਰਾ ਕਿਸੇ ਨਾਲ ਹੋ ਰਿਹਾ ਹੋਵੇ ਸਾਰੇ ਜਣੇ ਪਾਸੇ ਹੋ ਜਾਂਦੇ, ਆਪ ਹੀ ਖੜ੍ਹੇ ਹੋਣਾ ਪੈਂਦਾ, ਆਪ ਹੀ ਲੜਨਾ ਪੈਂਦਾ। ਤਾਂ ਉਹ ਕੀ ਕਰੇ, ਪਹਿਲਾਂ ਤਾਂ ਡਿਫਾਈਨ ਕੀਤਾ ਜਾਵੇ ਕਿ ਕੀ ਸਮੱਸਿਆਵਾਂ ਨੇ, ਡੋਮੈਸਟਿਕ ਵਾਇਲੈਂਸ ਕਿਸ ਨੂੰ ਕਿਹਾ ਜਾਂਦਾ ਅਤੇ ਕੀ ਉਹਦੇ ਲਈ ਹੱਲ ਹੈ। ਜੀ, ਡੋਮੈਸਟਿਕ ਵਾਇਲੈਂਸ ਦੇ ਵਿੱਚ ਇਨਕਲੂਡ ਹੋ ਜਾਂਦਾ ਹੈ ਕਿ ਜੇ ਕੋਈ ਇਨ-ਲॉज ਡਾਟਰ ਇਨ-ਲॉ ਤੋਂ ਕੋਈ ਡੋਰੀ ਦੀ ਡਿਮਾਂਡ ਕਰਦੇ ਹੈ, ਕੋਈ ਮਾਰ-ਕੁੱਟ ਕਰਦੇ ਹੈ, ਜਾਂ ਹੋਰ ਕਿਸੇ ਤਰ੍ਹਾਂ ਦਾ ਮੈਂਟਲ ਟੌਰਚਰ ਕਰਦੇ ਨੇ, ਇਹ ਸਭ ਇੰਸੀਡੈਂਟਸ ਡੋਮੈਸਟਿਕ ਵਾਇਲੈਂਸ 'ਚ ਕਵਰ ਹੋ ਜਾਂਦੇ ਆ। ਉਹਦੇ ਵਾਸਤੇ ਇੱਕ ਸਪੈਸੀਫਿਕ ਐਕਟ ਬਣਿਆ ਹੋਇਆ, ਪ੍ਰੋਟੈਕਸ਼ਨ ਆਫ ਵੂਮੈਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ 2005 ਦੇ ਵਿੱਚ ਬਣਿਆ ਸੀ। ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੋ ਅਗਰੀਵਡ ਫੀਮੇਲ ਹੈ, ਇਟ ਕੁਡ ਬੀ ਡਾਟਰ ਇਨ ਲਾਅ, ਇਟ ਕੁਡ ਬੀ ਡਾਟਰ, ਇਟ ਕੁਡ ਬੀ ਮਦਰ ਇਨ ਲਾਅ, ਐਨੀ ਫੀਮੇਲ ਆਫ ਦੀ ਫੈਮਿਲੀ ਕੈਨ ਅਪਰੋਚ ਦੀ ਕੋਰਟ 'ਚ ਇੱਕ ਕੰਪਲੇਂਟ ਦਾਇਰ ਕਰ ਸਕਦੀ ਹੈ ਕਿ ਇਹ ਮੇਰੇ ਨਾਲ ਇੰਸੀਡੈਂਟਸ ਹੋਏ ਹੈ। ਉਹਦੇ ਵਿੱਚ ਉਹਦੇ ਕੋਲ ਰਾਈਟਸ ਹੈ, ਉਹ ਕਈ ਤਰ੍ਹਾਂ ਦੇ ਜੋ ਰਾਈਟਸ ਅਵੇਲ ਕਰ ਸਕਦੀ ਹੈ। ਮੇਨਟੇਨੈਂਸ ਲੈ ਸਕਦੀ ਹੈ ਇਫ ਸ਼ੀ ਇਜ਼ ਅਨਏਬਲ ਟੂ ਅਰਨ ਐਨੀ ਇਨਕਮ। ਘਰ ਦੇ ਵਿੱਚ ਰਹਿਣ ਦੇ ਰਾਈਟਸ ਲੈ ਸਕਦੀ ਹੈ ਜੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ,
ਉਹ ਹੋਰ ਤਰ੍ਹਾਂ ਦੇ ਹੋਰ ਵੀ ਰਾਈਟਸ ਨੇ ਵੀ ਜੇ ਘਰ 'ਚ ਬੱਚੇ ਹੈ ਅਤੇ ਉਹਨੂੰ ਮਿਲਣ ਦੀ ਪਰਮਿਸ਼ਨ ਨਹੀਂ ਹੈ ਤਾਂ ਬੱਚਿਆਂ ਨੂੰ ਦੀ ਕਸਟਡੀ ਵਾਸਤੇ ਵੀ ਅਪਲਾਈ ਕਰ ਸਕਦੀ ਹੈ। ਉਹਦੇ ਵਿੱਚ ਕੋਰਟਸ ਨੂੰ ਇਨਹੈਰੈਂਟ ਪਾਵਰਸ ਨੇ ਉਸ ਐਕਟ ਦੇ ਵਿੱਚ ਕਿ ਉਹ ਲੁਕਿੰਗ ਐਟ ਦੀ ਬੈਨੀਫਿਟ ਵੈਲਫੇਅਰ ਆਫ ਦੀ ਪਰਟੀਕੂਲਰ ਫੀਮੇਲ ਉਹ ਆਰਡਰ ਕਰ ਸਕਦੀ ਹੈ ਕਿ ਜੋ ਵੀ ਉਹਨਾਂ ਨੂੰ ਰਾਈਟਸ ਚਾਹੀਦੇ ਨੇ ਉਹ ਉਹਨਾਂ ਨੂੰ ਮਿਲ ਜਾਣ। ਜੀ, ਅਸੀਂ ਉਮੀਦ ਕਰਦੇ ਹਾਂ ਰਿਤਨ ਵਤਰਾਨਾ ਜੀ ਕਿ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਹੈ ਇਹ ਸਾਰੇ ਇਸ਼ਾਰੇ ਨੇ, ਹਲੇ ਕੁਛ ਡਾਇਰੈਕਟਲੀ ਤੁਹਾਡੇ ਤੋਂ ਵੀ ਅਸੀਂ ਨਹੀਂ ਕੁਛ ਪੁੱਛਿਆ ਕਿ ਕੀ ਪੂਰਾ ਕੇਸ ਬਣਾ ਕੇ ਨਹੀਂ ਪੁੱਛਿਆ, ਪਰ ਅਸੀਂ ਸਾਰਿਆਂ ਨੂੰ ਇਹ ਇਸ਼ਾਰਾ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਲਈ ਹੱਕ ਹੈਗੇ, ਤੁਹਾਡੀ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਸ ਦਾ ਇਸਤੇਮਾਲ ਕੀਤਾ ਜਾਵੇ, ਪਰ ਪਹਿਲਾਂ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮਿਲ ਜੁਲ ਕੇ ਰਹਿ ਲਓ। ਜੇ ਨਹੀਂ ਰਿਹਾ ਜਾਂਦਾ ਤਾਂ ਫਿਰ ਜਿਵੇਂ ਲਾਅ ਹੈ ਉਹ ਸਾਡੇ ਨਾਲ ਹੀ ਹੈ ਅਤੇ ਉਸ ਦਾ ਇਸਤੇਮਾਲ ਕਰਕੇ ਆਪਣੇ ਹੱਕ ਜਿਹੜੇ ਨੇ ਉਹ ਮੰਗੇ ਜਾ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ ਸਾਡੇ ਸਟੂਡੀਓਜ਼ 'ਚ ਆਉਣ ਲਈ। ਅੱਜ ਅਸੀਂ ਗੱਲ ਕਰ ਰਹੇ ਸੀ ਰਿਤਨ ਵਤਰਾਨਾ ਜੀ ਨਾਲ, ਜੋ ਕਿ ਔਰਤਾਂ ਖਿਲਾਫ ਅਪਰਾਧ ਬਾਰੇ ਨਾ ਸਿਰਫ ਕਾਨੂੰਨੀ ਜਾਣਕਾਰੀ ਦੇ ਰਹੇ ਸੀ, ਥੋੜ੍ਹੀ ਜਿਹੀ ਸਮਾਜਿਕ ਸਿੱਖਿਆ ਵੀ ਨਾਲ ਦੇ ਰਹੇ ਸੀ। ਬਹੁਤ ਬਹੁਤ ਸ਼ੁਕਰੀਆ ਸਾਡੇ ਸਟੂਡੀਓਜ਼ 'ਚ। ਥੈਂਕ ਯੂ ਸੋ ਮਚ।